ਨਮਸਕਾਰ, ਸਤਿ ਸ਼੍ਰੀ ਅਕਾਲ। ਡੇ ਐਂਡ ਨਾਈਟ ਨਿਊਜ਼ ਦੇ ਬ੍ਰੇਕਫਾਸਟ ਸ਼ੋਅ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਸੀਂ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਤੇ ਇੰਗਲੈਂਡ ਅਤੇ ਯੂਰਪ ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਨਾਲ ਹੀ ਸਵਾਗਤ ਕਰਦੇ ਹਾਂ। ਅੱਜ ਔਰਤਾਂ ਦਾ ਕੌਮਾਂਤਰੀ ਦਿਵਸ ਇੰਟਰਨੈਸ਼ਨਲ ਵਿਮਨਸ ਡੇ ਹੈ। ਇਸ ਲਈ ਤੁਹਾਨੂੰ ਸਾਰਿਆਂ ਨੂੰ ਵਿਮਨਸ ਡੇ ਤੇ ਬਹੁਤ-ਬਹੁਤ ਮੁਬਾਰਕਾਂ। ਇਹ ਦਿਵਸ ਵਿਸ਼ਵ ਭਰ ਵਿੱਚ ਇਸ ਕਰਕੇ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ ਸੀ ਕਿ ਮਨੁੱਖੀ ਸਮਾਜ ਦਾ ਧੁਰਾ ਔਰਤ ਆਪਣੇ ਆਪ ਨੂੰ ਕਿਸੇ ਤਰ੍ਹਾਂ ਵੀ ਕਿਸੇ ਕੋਲੋਂ ਘੱਟ ਨਾ ਸਮਝੇ ਅਤੇ ਉਸ ਨੂੰ ਇਹ ਅਹਿਸਾਸ ਵੀ ਹੋਵੇ ਕਿ ਸਮਾਜ ਦੀ ਬਣਤਰ 'ਚ ਉਸ ਦੀ ਆਪਣੀ ਭਾਈਵਾਲੀ ਕਾਫੀ ਅਹਿਮ ਹੈ। ਇਸ ਸੰਬੰਧੀ ਅੱਜ ਸਾਡੇ ਸਟੂਡੀਓ 'ਚ ਸਾਡੇ ਨਾਲ ਆਏ ਹੋਏ ਨੇ ਸਮਾਜ ਦੇ ਦੋ ਵੱਖ-ਵੱਖ ਖੇਤਰਾਂ 'ਚ ਕਾਰਜ ਕਰ ਰਹੀਆਂ ਔਰਤਾਂ। ਉਹਨਾਂ 'ਚੋਂ ਇੱਕ ਨੇ ਮਸ਼ਹੂਰ ਚਿੱਤਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਫਾਈਨ ਆਰਟਸ ਵਿਭਾਗ 'ਚ ਅਧਿਆਪਕਾ ਦੇ ਤੌਰ ਤੇ ਕਾਰਜਸ਼ੀਲ ਸਹਾਇਕ ਪ੍ਰੋਫੈਸਰ ਜੈਸਮੀਨ ਕੌਰ। ਇਹਨਾਂ ਦੇ ਨਾਲ ਨੇ ਇੰਡੀਅਨ ਐਕਸਪ੍ਰੈਸ 'ਚ ਸਪੈਸ਼ਲ ਕੋਰੈਸਪੋਂਡੈਂਟ ਸੁਖਦੀਪ ਕੌਰ। ਅੱਜ ਜਦੋਂ ਔਰਤ ਆਪਣੇ ਆਪ ਨੂੰ ਸਾਬਤ ਕਰ ਚੁੱਕੀ ਹੈ ਕਿ ਉਹ ਕਿਸੇ ਤਰ੍ਹਾਂ ਵੀ ਕਿਸੇ ਤੋਂ ਘੱਟ ਨਹੀਂ ਹੈ ਅਤੇ ਅਗਲੀ ਪੁਲਾਂਘ ਪੁੱਟਣ ਲਈ ਉਹ ਅਜੇ ਵੀ ਬਰਾਬਰ ਯਤਨ ਕਰ ਰਹੀ ਹੈ, ਅਜਿਹੇ 'ਚ ਸਾਡੇ ਇਹਨਾਂ ਦੋਵਾਂ ਮਹਿਮਾਨਾਂ ਨੂੰ ਕਿਸ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹੋ ਸਾਡੀ ਅੱਜ ਦੀ ਗੱਲਬਾਤ ਹੋਏਗੀ। ਸਾਡੀ ਅੱਜ ਦੀ ਗੱਲਬਾਤ ਔਰਤ ਦੇ ਮੌਜੂਦਾ ਮੁਕਾਮ ਬਾਰੇ ਹੋਏਗੀ, ਜਿਸ ਲਈ ਸਾਡੇ ਕੋਲ ਇੰਡੀਅਨ ਐਕਸਪ੍ਰੈਸ ਦੇ ਸਪੈਸ਼ਲ ਕੋਰੈਸਪੋਂਡੈਂਟ ਸੁਖਦੀਪ ਕੌਰ ਅਤੇ ਮਸ਼ਹੂਰ ਚਿੱਤਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਫਾਈਨ ਆਰਟਸ ਵਿਭਾਗ 'ਚ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਕੰਮ ਕਰ ਰਹੀ ਜੈਸਮੀਨ ਕੌਰ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਜੈਸਮੀਨ, ਸਭ ਤੋਂ ਪਹਿਲਾਂ ਤੁਹਾਡੇ ਨਾਲ ਅਸੀਂ ਗੱਲ ਕਰਾਂਗੇ ਕਿ ਤੁਸੀਂ ਇੱਕ ਚਿੱਤਰਕਾਰ ਹੋ, ਤੁਸੀਂ ਔਰਤ ਨੂੰ ਬੜੀ ਬਰੀਕ ਬੀਨੀ ਦੇ ਨਾਲ ਚਿੱਤਰਿਆ ਹੈਗਾ ਆਪਣੇ ਚਿੱਤਰਾਂ ਦੇ ਵਿੱਚ, ਚਾਹੇ ਉਹ ਸਕੈਚ ਹੋਣ, ਚਾਹੇ ਉਹ ਪੇਂਟਿੰਗਸ ਹੋਣ ਅਲੱਗ-ਅਲੱਗ। ਅਸੀਂ ਦੇਖ ਸਕਦੇ ਹਾਂ ਕਿ ਤੁਹਾਡੇ ਚਿੱਤਰਾਂ ਦੇ ਵਿੱਚ ਜਿਹੜਾ ਔਰਤ ਦਾ ਇੱਕ ਅੰਦਰੂਨੀ ਅਸਤਿਤਵ ਹੈ ਉਸ ਨੂੰ ਉਜਾਗਰ ਕੀਤਾ ਗਿਆ। ਜਦੋਂ ਤੁਸੀਂ ਇਹ ਚਿੱਤਰ ਬਣਾਉਂਦੇ ਹੋ ਔਰਤ ਬਾਰੇ, ਤੁਹਾਡੇ ਮਨ ਵਿੱਚ ਕੀ, ਤੁਹਾਡੀ ਮਾਨਸਿਕਤਾ ਉਸ ਵੇਲੇ ਕੀ ਕੰਮ ਕਰ ਰਹੀ ਹੁੰਦੀ ਹੈ? ਮੈਨੂੰ ਸਭ ਤੋਂ ਪਹਿਲਾਂ ਲੱਗਦਾ ਕਿ ਮੈਂ ਖੁਦ ਇੱਕ ਔਰਤ ਹਾਂ। ਆਈ ਐਮ ਅ ਲੇਡੀ, ਮੈਂ ਖੁਦ ਔਰਤ ਹਾਂ ਅਤੇ ਮੇਰੀ ਜਨਨੀ ਵੀ ਇੱਕ ਔਰਤ ਹੀ ਹੈ। ਅਤੇ ਚਿੱਤਰ ਦੀ ਜਿਹੜੀ ਮੈਨੂੰ ਇੰਸਪੀਰੇਸ਼ਨ ਮਿਲੀ ਹੈ ਉਹ ਮੇਰੀ ਮੰਮਾ ਤੋਂ ਹੀ ਮਿਲੀ ਹੈ, ਮੇਰੀ ਮਾਤਾ ਜੀ ਤੋਂ ਹੀ ਮਿਲੀ ਹੈ। ਅਤੇ ਇਸ ਕਰਕੇ ਮੈਨੂੰ ਇੱਕ ਫੀਮੇਲ ਜਿਹੜੀ ਹੈ, ਕਿਉਂਕਿ ਉਹ ਜਨਨੀ ਹੈ, ਉਹ ਇੱਕ ਬਹੁਤ ਸੁੰਦਰ ਰੂਪ ਵਿੱਚ ਮੈਨੂੰ ਹਮੇਸ਼ਾ ਲੱਗਦੀ ਹੈ। ਖੁਦ ਵੀ ਆਪਣੀ ਜਿਵੇਂ ਅੰਦਰ ਦੀਆਂ ਜਿਹੜੇ ਵਲਵੇ ਨੇ, ਜਿਹੜੀਆਂ ਅੰਦਰ ਦੀਆਂ ਫੀਲਿੰਗਸ ਨੇ, ਉਹ ਖੁਦ ਮੈਂ ਡਿਪਿਕਟ ਕਰਨਾ ਚਾਹੁੰਦੀ ਥੀ। ਉਸ ਵਾਸਤੇ ਮੈਨੂੰ ਲੱਗਦਾ ਹੈ ਕਿ ਫੀਮੇਲ ਤੋਂ ਜ਼ਿਆਦਾ ਅੱਛਾ ਕੋਈ ਰੂਪ ਨਹੀਂ ਹੋ ਸਕਦਾ, ਬਿਕੋਜ਼ ਉਸਦੀ ਜਿਹੜੀ ਇਮੋਸ਼ਨਸ ਹੈ, ਜਿਹੜੀ ਹਰ ਇੱਕ ਪ੍ਰੋਫੈਸ਼ਨ ਵਿੱਚ ਹੈ, ਬੇਸ਼ੱਕ ਉਹ ਆਪਣੀ ਰੈਗੂਲਰ ਲਾਈਫ ਵਿੱਚ ਹੈ, ਅਤੇ ਉਹ ਬਹੁਤ ਜ਼ਿਆਦਾ ਰੂਪ ਹੈ ਉਸਦੇ। ਸ਼ਾਇਦ ਇਸ ਲਈ ਇੱਕ ਇਹ ਰੀਜ਼ਨ ਹੋਇਆ ਹੈ ਕਿ ਮੈਨੂੰ ਔਰਤ ਦੇ ਥਰੂ ਆਪਣੀ ਜਿਹੜੀ ਵੀ ਇਮੇਜਿਸ ਹੈ ਉਹਨਾਂ ਵਿੱਚ ਫੀਮੇਲਸ ਬਹੁਤ ਜ਼ਿਆਦਾ ਪੇਂਟ ਕੀਤੀਆਂ ਨੇ। ਰੰਗਾਂ ਦੀ ਕੀ ਅਹਿਮੀਅਤ ਹੈ ਔਰਤ ਦੇ ਮਾਨਸਿਕਤਾ ਦੇ ਵਿੱਚ? ਰੰਗਾਂ ਦੀ ਕਿੰਨੀ ਕੁ ਅਹਿਮੀਅਤ ਹੁੰਦੀ ਹੈ? ਨਿਰਸੰਦੇਹ ਤੁਸੀਂ ਚਿੱਤਰਕਾਰ ਹੋ ਅਤੇ ਅਲੱਗ-ਅਲੱਗ ਰੰਗਾਂ ਦੀ ਜਦੋਂ ਤੁਸੀਂ ਯੂਜ਼ ਕਰਦੇ ਹੋ, ਵਰਤੋਂ ਕਰਦੇ ਹੋ ਉਹਨਾਂ ਦੀ, ਤਾਂ ਕਿਵੇਂ ਤੁਸੀਂ ਕਿਹੜੇ ਰੰਗ ਦੀ ਜ਼ਿਆਦਾ ਅਹਿਮੀਅਤ ਹੁੰਦੀ ਹੈ ਉਸ ਵੇਲੇ? ਰੰਗਾਂ ਦੀ ਅਹਿਮੀਅਤ ਆਈ ਥਿੰਕ ਹਰ ਇੱਕ ਫੀਮੇਲ ਦੇ ਉਸਦੇ ਵਿੱਚ ਹੁੰਦੀ ਹੈ। ਸਭ ਤੋਂ ਜ਼ਿਆਦਾ ਵੱਡੀ ਅਹਿਮੀਅਤ ਹੁੰਦੀ ਹੈ ਲਾਲ ਰੰਗ ਦੀ, ਰਾਈਟ, ਕਿਉਂਕਿ ਉਹ ਸਾਡੇ ਇੱਕ ਅਸੀਂ ਸ਼ਾਦੀ ਨਾਲ ਜਾਂ ਆਪਣੇ ਜਵਾਨੀ ਨਾਲ ਆਪਾਂ ਉਸਨੂੰ ਮੇਲ ਰੱਖਦਾ ਉਸਦਾ ਰੰਗ। ਸੋ ਮੇਰੇ ਵਾਸਤੇ ਰੰਗ ਬ੍ਰਾਈਟ ਕਲਰਸ ਜਿਵੇਂ ਹੈ, ਯੈਲੋ ਹੈ, ਕਿਉਂਕਿ ਸ਼ਾਇਦ ਹਲੇ ਆਮ ਅ ਲਿਟਲ ਟੂ ਯੰਗ, ਅਤੇ ਮੈਨੂੰ ਬ੍ਰਾਈਟ ਕਲਰਸ ਬਹੁਤ ਪਸੰਦ ਹੈ। ਸੋ ਮੇਰੀ ਪੇਂਟਿੰਗਸ ਵਿੱਚ ਜ਼ਿਆਦਾਤਰ ਤੁਸੀਂ ਦੇਖੋਗੇ ਯੈਲੋ, ਰੈਡਸ ਐਂਡ ਆਲ ਕਲਰਸ। ਇਹ ਜਿਹੜੀ ਆਪਾਂ ਤਸਵੀਰ ਦੇਖ ਰਹੇ ਹਾਂ ਅੱਜ, ਜਿਹੜਾ ਕੌਮਾਂਤਰੀ ਦਿਵਸ ਹੈਗਾ, ਉਸ ਦੇ ਸੰਬੰਧ ਦੇ ਵਿੱਚ ਸਾਹਮਣੇ ਆ ਰਹੀ ਹੈ, ਤੁਸੀਂ ਇਸ ਨੂੰ ਕਿਵੇਂ ਡਿਫਾਈਨ ਕਰੋਗੇ? ਮੇਰੇ ਜ਼ਿਆਦਾਤਰ ਤੁਸੀਂ ਦੇਖੋਗੇ ਕਿ ਮੈਂ ਵੇਟ, ਇੱਕ ਜਿਹੜੀ ਹੈ ਲੇਡੀ ਨੂੰ ਵੇਟ ਨਾਲ ਰਿਲੇਟ ਕੀਤਾ ਹੈ, ਕਿ ਕਿਵੇਂ ਉਹ ਬਚਪਨ ਤੋਂ ਹੀ ਇੱਕ ਵੇਟ ਹੈ ਉਸਦੀ। ਵੇਟ ਕਿ ਜਦੋਂ ਛੋਟੇ ਹੁੰਦਾ ਤਾਂ ਆਪਾਂ ਵੇਟ ਕਰਦੇ ਹਾਂ ਕਦੋਂ ਪਾਪਾ ਆਉਣਗੇ ਘਰੇ, ਜਾਂ ਫਿਰ ਜਿਵੇਂ ਜਿਵੇਂ ਵੱਧਦੇ ਅਸੀਂ ਵੇਟ ਕਰਦੇ ਹਾਂ ਕਿਵੇਂ ਕਦੋਂ ਸਾਡੇ ਡਰੀਮਸ ਪੂਰੇ ਹੋਣਗੇ। ਸੋ ਤੁਸੀਂ ਜ਼ਿਆਦਾਤਰ ਮੇਰੀ ਪੇਂਟਿੰਗਸ ਵਿੱਚ ਵੇਟ ਦੇਖੋਗੇ। ਫਿਰ ਜਰਨਲ ਜਿਹੜੀ ਲਾਈਫ ਵਿੱਚ ਤੁਸੀਂ ਦੇਖੋਗੇ ਕਿ ਕਿਵੇਂ ਕੋਈ ਥਾਟ ਆਉਂਦਾ ਹੈ ਆਪਣੀ ਲਾਈਫ, ਕਈ ਵਾਰ ਉਹ ਟੁੱਟ ਜਾਂਦਾ ਹੈ ਅਤੇ ਉਹ ਕਿਵੇਂ ਕਦੀ ਫਿਰ ਜੁੜ ਹੀ ਨਹੀਂ ਪਾਉਂਦਾ ਥਾਟ। ਜਾਂ ਅੱਜ ਕੱਲ੍ਹ ਦੇ ਜਿਵੇਂ ਤੁਸੀਂ ਨੌਜਵਾਨ ਪੀੜ੍ਹੀ ਦੇਖੋਗੇ, ਉਸਦੇ ਵਿੱਚ ਦੇਖੋਗੇ ਕਿ ਮੇਰੀ ਜਿਹੜੀ ਪੇਂਟਿੰਗਸ ਵਿੱਚ ਲੇਡੀਜ਼ ਦਾ ਪਹਿਰਾਵਾ ਹੈ ਉਹ ਅੱਜ ਦੇ ਟਾਈਮ 'ਤੇ, ਜਿਵੇਂ ਅਸੀਂ ਸਲਵਾਰ ਕਮੀਜ਼ ਪਜਾਮੀਆਂ ਪਾਉਂਦੇ ਨੇ, ਅਤੇ ਉਹ ਦੇਖੋਗੇ। ਅਤੇ ਨਾਲ ਕਿਵੇਂ ਅੱਜ ਕੱਲ੍ਹ ਦੇ ਮਾਡਰਨ ਗੈਜਟਸ ਜਿਵੇਂ ਮੋਬਾਈਲ ਹੋ ਗਏ, ਕਿਵੇਂ ਅਗਰ ਲਵਰਸ ਭੱਜ ਰਹੇ ਨੇ ਅਤੇ ਕਿਵੇਂ ਉਹਦੇ ਮੋਬਾਈਲ ਦਾ ਕਿੰਨਾ ਉਹਨਾਂ ਨੂੰ ਮਿਲਾਉਣ ਵਿੱਚ ਯੋਗਦਾਨ ਹੈ। ਪਲੱਸ ਕਿ ਕਿਵੇਂ ਅਗਰ ਤੁਸੀਂ ਦੇਖੋਗੇ, ਮੇਰੀ ਇੱਕ ਪੇਂਟਿੰਗ ਹੈ ਜਿਸ ਦੇ ਵਿੱਚ ਮੈਂ ਗੱਲ ਕਰਦੀ ਹਾਂ ਕਿ ਕਰੂਸੀਫਿਕਸ਼ਨ, ਕਿ ਅੱਜ ਕੱਲ੍ਹ ਦੀ ਰੋਜ਼ਮਰੇ ਦੀ ਲਾਈਫ ਵਿੱਚ ਜਿਵੇਂ ਆਪਾਂ ਜੀਸਸ ਕ੍ਰਾਈਸਟ ਨੂੰ ਕਰੂਸੀਫਾਈ ਕੀਤਾ, ਨਾਟ ਇਨ ਲਿਟਰਰੀ ਟਰਮਸ, ਬਟ ਕਿਵੇਂ ਇੱਕ ਲੇਡੀ ਹਰ ਰੋਜ਼ ਦੀ ਆਪਣੀ ਲਾਈਫ ਵਿੱਚ ਕਰੂਸੀਫਾਈ ਹੁੰਦੀ ਹੈ। ਜਿਵੇਂ ਨਮਕ ਘੱਟ ਹੈ ਤਾਂ ਅਸੀਂ ਉਸ 'ਤੇ ਚਲਾਉਂਦੇ ਹਾਂ, ਸਲੀਬ ਤੇ ਟੰਗੀ ਹੈ ਅੱਜ ਦੀ ਜਿਹੜੀ ਔਰਤ। ਸੋ ਉਹ ਥਾਟਸ ਲੈ ਕੇ ਮੈਂ ਪੇਂਟ। ਸੁਖਦੀਪ, ਤੁਸੀਂ ਇਹਨਾਂ ਦੀ ਗੱਲ ਨਾਲ ਕਿੱਥੋਂ ਤੱਕ ਸਹਿਮਤ ਹੋ?
ਨਹੀਂ ਸ਼ੀ ਇਜ਼ ਟੋਟਲੀ ਰਾਈਟ ਕਿ ਇੱਕ ਔਰਤ ਦੇ ਇੰਨੇ ਰੂਪ ਹੈਗੇ ਨੇ ਔਰ ਇੱਕ ਔਰਤ ਹੀ ਉਹ ਸਮਝ ਸਕਦੀ ਹੈ। ਜਦਕਿ ਅਸੀਂ ਐਮ ਐਫ ਹੁਸੈਨ ਵਰਗੇ ਆਰਟਿਸਟਾਂ ਨੂੰ ਵੀ ਦੇਖਿਆ ਜਿਨ੍ਹਾਂ ਨੇ ਔਰਤ ਨੂੰ ਬਹੁਤ ਖੂਬਸੂਰਤੀ ਨਾਲ ਉਹਨਾਂ ਨੇ ਉਹਨੂੰ ਪੇਸ਼ ਕੀਤਾ ਹੈਗਾ ਵੇ। ਪਰ ਆਈ ਥਿੰਕ ਬੀਇੰਗ ਅ ਵੂਮਨ ਉਹ ਇੱਕ ਅੰਦਰੋਂ ਤੋਂ ਹੀ ਇਹਨਾਂ ਦੇ ਆਂਦਾ ਹੋਏਗਾ ਕਿ ਕਿ ਕਿਸ ਤਰ੍ਹਾਂ ਦੀ ਉਸ ਔਰਤ ਦੀ ਡਿਫਰੈਂਟ ਇਮੋਸ਼ਨਸ ਨੂੰ, ਉਹਦੇ ਡਿਫਰੈਂਟ ਰੋਲਸ ਨੂੰ ਸੋਸਾਇਟੀ ਵਿੱਚ, ਔਰ ਉਹਦੀ ਜੋ ਅਸਤਿਤਵ ਹੈਗਾ ਸੋਸਾਇਟੀ ਵਿੱਚ, ਉਹਨੂੰ ਪੇਸ਼ ਕਰਨ ਦਾ ਆਈ ਥਿੰਕ ਬੀਇੰਗ ਅ ਵੂਮਨ ਉਹ ਥੋੜਾ ਨੈਚੁਰਲੀ ਆਉਂਦਾ ਇਹਨਾਂ ਦੇ ਅੰਦਰ। ਅੱਜ ਆਪਾਂ ਔਰਤ ਦਿਵਸ ਮਨਾ ਰਹੇ ਹੈਗੇ ਆ ਕੌਮਾਂਤਰੀ ਪੱਧਰ ਤੇ। ਅੱਜ ਔਰਤ ਕਿੱਥੇ ਖੜੀ ਹੈ, ਤੁਸੀਂ ਸੰਤੁਸ਼ਟ ਹੋ? ਹਾਂ, ਮੈਂ ਸੰਤੁਸ਼ਟ ਹਾਂ ਕਿਉਂਕਿ ਮੈਨੂੰ ਲੱਗਦਾ ਕਿ ਅੱਜ ਔਰਤ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਹੈ ਜੋ ਨਹੀਂ ਕਰਦੀ ਪਈ ਹੈ। ਪਰ ਉਹੀ ਕਿਉਂਕਿ ਉਹ ਹਰ ਖੇਤਰ 'ਚ ਅੱਗੇ ਆ ਚੁੱਕੀ ਹੈ, ਉਹਦੇ ਕਾਰਨ ਇਹ ਹੋ ਗਿਆ ਕਿ ਹੁਣ ਉਹਦੀ ਐਕਸਪਲੋਇਟੇਸ਼ਨ ਦੇ ਜਾਂ ਹਰਾਸਮੈਂਟ ਦੇ ਚਾਂਸਿਸ ਵੀ ਜ਼ਿਆਦਾ ਨੇ। ਪਹਿਲਾਂ ਘਰ ਦੇ ਅੰਦਰ ਰਹਿੰਦੀ ਸੀ, ਮੈਕਸਿਮਮ ਪਤੀ ਦੇ ਨਾਲ ਜਾਂ ਇਨ-ਲॉज ਦੇ ਨਾਲ ਪ੍ਰੋਬਲਮਸ ਆ ਸਕਦੀਆਂ ਸਨ। ਅੱਜ ਉਹ ਹਰ ਇੱਕ ਜਗ੍ਹਾ ਹੈਗੀ ਹੈ, ਰਾਤ ਦੀ ਨਾਈਟ ਡਿਊਟੀਜ਼ ਵੀ ਕਰਦੀ ਪਈ ਹੈ, ਪੱਤਰਕਾਰ ਹੋ ਕੇ ਹਰ ਜਗ੍ਹਾ ਜਾਂਦੀ ਪਈ ਹੈ, ਕ੍ਰਾਈਮ ਵੀ ਕਵਰ ਕਰਦੀ ਪਈ ਹੈ। ਤੇ ਮੇਰੇ ਖਿਆਲ ਨਾਲ ਜਦੋਂ ਇਸ ਤਰ੍ਹਾਂ ਦੇ ਜੋ ਉਹਦੇ ਹੁਣ ਡਿਫਰੈਂਟ ਇੱਕ ਐਕਸਪੋਜ਼ਰ ਹੈ, ਉਹਦਾ ਇੱਕ ਡਿਫਰੈਂਟ ਉਹਦਾ ਟੋਟਲੀ ਜਿਹਨੂੰ ਕਹਿੰਦੇ ਆ ਕਿ ਰੋਲ ਪੂਰਾ ਰਿਵਰਸਲ ਹੋ ਗਿਆ ਵੇ, ਉਹਦੇ 'ਚ ਮੇਰੇ ਖਿਆਲ ਨਾਲ ਫਿਰ ਨੈਚੁਰਲੀ ਜੋ ਅਸੀਂ ਰੋਜ਼ ਪੜ੍ਹਦੇ ਹਾਂ ਅਖਬਾਰਾਂ ਵਿੱਚ ਕਿ ਰੇਪ ਕੇਸਿਸ, ਸੈਕਸ਼ੂਅਲ ਅਸੌਲਟ, ਹਰਾਸਮੈਂਟ, ਆਈ ਥਿੰਕ ਹਾਂ ਉਹਦੇ ਚਾਂਸਿਸ ਵੀ ਫਿਰ ਜ਼ਿਆਦਾ ਆਪਾਂ ਗੱਲ ਕਰਾਂਗੇ, ਇਹਦੇ ਬਾਰੇ ਵੀ ਗੱਲ ਕਰਾਂਗੇ। ਸਾਡੇ ਨਾਲ ਕਾਲਰਸ ਜੁੜੇ ਹੋਏ ਨੇ, ਅਸੀਂ ਦੇਖਦੇ ਹਾਂ ਉਹ ਕੀ ਕਹਿੰਦੇ ਨੇ। ਹੈਲੋ, ਸਤਿ ਸ੍ਰੀ ਅਕਾਲ ਸੁਰਿੰਦਰ ਭਾਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ, ਕਿੱਥੋਂ ਬੋਲਦੇ ਹੋ? ਮੈਂ ਸਵਰਨ ਸਿੰਘ ਭੱਟੀ ਬੋਲ ਰਿਹਾ, ਫਤਿਹਗੜ੍ਹ ਪੈਂਤੂ ਮੋਗੇ ਤੋਂ। ਹਾਂਜੀ, ਕੀ ਗੱਲ ਕਰਨੀ ਚਾਹੁੰਦੇ ਹੋ? ਸਰ ਮੈਂ ਗੱਲ ਇਹ ਕਰਨੀ ਚਾਹਣਾ, ਵੇਖੋ ਜਿਹੜਾ ਅੱਜ ਆਪਾਂ ਮਹਿਲਾ ਦਿਵਸ ਮਨਾ ਰਹੇ ਆ, ਹਾਂਜੀ, ਉਹਦੇ ਵਿੱਚ ਸਰ ਜਿਵੇਂ ਅਜੇ ਵੀ ਔਰਤਾਂ ਮੰਨ ਲਓ ਵੀ ਆਪਾਂ ਜਿਵੇਂ ਮਰਦ ਸਮਾਜ ਨੂੰ ਪ੍ਰਧਾਨ ਗਿਣਿਆ ਜਾਂਦਾ ਜੀ। ਦੇਖੋ ਜਿਵੇਂ ਹੁਣ ਪਿਛਲੇ ਦਿਨ ਕੁਝ ਦਿਨਾਂ ਦੀ ਗੱਲ ਆ, ਜਿਵੇਂ ਇੱਕ ਔਰਤ ਨੂੰ ਸ਼ਰੇਆਮ ਪੁਲਿਸ ਨੇ ਕੁੱਟਿਆ ਜੀ। ਹਾਂਜੀ। ਤੇ ਦੂਜੇ ਨੰਬਰ ਤੇ ਕਈ ਔਰਤਾਂ ਨੂੰ ਦਾਜ ਦੀ ਬਲੀ ਚੜ੍ਹਨਾ ਪੈਂਦਾ ਜੀ। ਕਿਸੇ ਮੌਕੇ ਕੀ ਔਰਤਾਂ ਨੂੰ ਮੰਨ ਲਓ ਜਿਹੜਾ ਹੱਕ ਅਜੇ ਤੱਕ ਜਿਹੜਾ ਮਿਲਦਾ ਉਹ ਅਜੇ ਮਿਲ ਨਹੀਂ ਰਿਹਾ ਸਰ। ਮੈਂ ਇਹ ਕਹਿਣਾ ਚਾਹੁੰਦਾ, ਬਹੁਤ ਬਹੁਤ ਸ਼ੁਕਰੀਆ ਸਰ। ਸਵਰਨ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਅੱਜ ਮਹਿਲਾ ਦਿਵਸ ਦੇ ਸਬੰਧ ਦੇ ਵਿੱਚ ਤੁਸੀਂ ਕਾਲ ਕੀਤੀ, ਸਾਨੂੰ ਚੰਗਾ ਲੱਗਿਆ। ਇੱਕ ਮਰਦ ਹੋ ਕੇ ਤੁਸੀਂ ਗੱਲ ਕਰਦੇ ਹੋ, ਸਾਨੂੰ ਬਹੁਤ ਚੰਗਾ ਲੱਗਦਾ। ਇੱਕ ਹੋਰ ਸਾਡੇ ਨਾਲ ਕਾਲਰ ਜੁੜੇ ਹੋਏ ਨੇ। ਹੈਲੋ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿੱਥੋਂ ਬੋਲਦੇ ਹੋ? ਵੀਰ ਜੀ ਮੁਖਤਿਆਰ ਸਿੰਘ ਰਤੇੜ ਤੋਂ ਬੋਲਦਾ ਮੈਂ। ਹਾਂਜੀ ਮੁਖਤਿਆਰ ਜੀ, ਹੁਕਮ ਕਰੋ, ਕੀ ਗੱਲ ਕਰਨੀ ਚਾਹੁੰਦੇ ਹੋ? ਬੇਨਤੀ ਹੈ ਵੀ ਆਪਾਂ ਹਰ ਇੱਕ ਬੰਦਾ ਢੰਡੋਰਾ ਫਿਰਦਾ ਜੀ। ਹਾਂਜੀ। ਵੀ ਔਰਤਾਂ ਨੂੰ ਇਹ ਮਿਲਣਾ ਚਾਹੀਦਾ, ਇਹ ਚੀਜ਼ ਮਿਲਣੀ ਚਾਹੀਦੀ ਹੈ। ਕਿਉਂ ਨਾ ਇਹ ਕੋਈ ਇਹੋ ਜਿਹਾ ਐਕਟ ਪਾਸ ਹੋ ਜੇ ਵੀ ਜਿਹੜੀ ਦਾਜ ਦੀ ਰੋਕ ਲੱਗ ਜੇ ਤੇ ਹਰ ਇੱਕ ਔਰਤ ਦਾ ਵਧੀਆ ਢੰਗ ਨਾਲ ਉਹ ਆਪਣਾ। ਦਾਜ ਬਾਰੇ ਤਾਂ ਐਕਟ ਬਣਿਆ ਹੋਇਆ ਜੀ, ਦਾਜ ਬਾਰੇ ਆਪਾਂ ਲੈ ਨਹੀਂ ਸਕਦੇ, ਕਿਸੇ ਨੂੰ ਦੇ ਨਹੀਂ ਸਕਦੇ, ਪਰ ਆਪਾਂ ਅੰਡਰ ਦੀ ਟੇਬਲ ਦੇ ਦਿੰਦੇ, ਲੈ ਲੈਂਦੇ ਹਾਂ। ਉਹ ਇਦਾਂ ਦੀ ਗੱਲ ਚੱਲ ਰਹੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੁਖਦੀਪ, ਕੀ ਕਹਿੰਦੇ ਹੋ? ਮੇਰੇ ਖਿਆਲ ਨਾਲ ਜੋ ਡਾਊਰੀ ਐਕਟਸ ਜਾਂ ਜੋ ਵੀ ਅਸੀਂ ਐਕਟਸ ਬਣਾਏ ਹੈਗੇ ਨੇ ਬੰਦ ਕਰਨ ਵਾਸਤੇ, ਪਰ ਖੁੱਲ੍ਹੇਆਮ ਉਹ ਸਭ ਹੁੰਦਾ ਪਿਆ। ਮੈਨੂੰ ਤੇ ਅੰਡਰ ਦਾ ਟੇਬਲ ਵੀ ਨਹੀਂ ਲੱਗਦਾ ਹੈਗਾ। ਇਹ ਤੇ ਇੱਕ ਸਟੇਟਸ ਸਿੰਬਲ ਹੈਗਾ ਕਿ ਤੁਹਾਨੂੰ ਬੇਟੀ ਦੇ ਵਿਆਹ, ਬੇਟੇ ਦੇ ਵਿਆਹ ਤੇ ਅਗਲਿਆਂ ਨੇ ਕਿੰਨੀ ਸ਼ਾਨ ਨਾਲ ਤੁਹਾਡੀ ਆਓ ਭਗਤ ਕੀਤੀ, ਕਿਸ ਹੋਟਲ ਤੇ ਤੁਹਾਨੂੰ ਖਵਾਇਆ, ਕੀ ਦਿੱਤਾ ਤੁਹਾਨੂੰ। ਤੇ ਆਈ ਥਿੰਕ ਉਹ ਪੰਜਾਬ ਵਿੱਚ ਤੇ ਇਨਫੈਕਟ ਇੱਕ ਸਟੇਟਸ ਸਿੰਬਲ ਹੈਗਾ ਵੀ ਕਿ ਤੁਹਾਨੂੰ ਕੀ ਮਿਲਦਾ ਹੈਗਾ ਵੀ। ਹਾਂ, ਵੈਸੇ ਵੱਡੀ ਗੱਲ ਇਹ ਹੈ ਕਿ ਅੱਜ ਵਿਮਨਸ ਡੇ ਹੈ, ਸਾਡਾ ਪ੍ਰੋਗਰਾਮ ਵੀ ਵਿਮਨਸ ਡੇ ਦੇ ਉੱਤੇ ਹੈ। ਪਰ ਦੇਖਣ ਵਾਲੀ ਗੱਲ ਇਹ ਹੋਏਗੀ, 2 ਕਾਲ ਆਈਆਂ ਨੇ ਅਜੇ ਤੱਕ ਤੇ ਉਹ ਦੋਨੋਂ ਮੈਨ ਦੀਆਂ ਨੇ। ਹਾਂਜੀ, ਮਰਦਾਂ ਦੀਆਂ ਨੇ। ਅਸੀਂ ਦੇਖਾਂਗੇ ਸਾਨੂੰ ਸਾਡੀਆਂ ਮਾਤਾਵਾਂ ਤੇ ਭੈਣਾਂ ਕਿੰਨੀ ਕਾਲ ਕਰਦੀਆਂ ਨੇ, ਹੈ ਨਾ, ਇਸ ਡੇ ਦੇ ਉੱਤੇ, ਤੇ ਉਹਨਾਂ ਨੂੰ ਕਿੰਨੀ ਕੁ ਆਜ਼ਾਦੀ ਮਿਲੀ ਹੋਈ ਹੈ ਘਰ ਦੇ ਵਿੱਚ। ਡੋਰੀ ਐਕਟ ਦੀ ਗੱਲ ਕੀਤੀ ਹੈ। ਡੋਰੀ ਐਕਟ ਤੇ ਦੋਸ਼ ਲੱਗਦੇ ਨੇ ਕਿ ਉਹਦੇ 'ਚ ਵਿਕਟਮਾਈਜ਼ ਕੀਤਾ ਜਾਂਦਾ ਮਰਦਾਂ ਨੂੰ। ਦੇਖੋ, ਜੋ ਵੀ ਐਕਟ ਬਣਦਾ ਨਾ, ਉਹਦਾ ਇੱਕ ਇੰਟੈਂਟ ਹੁੰਦਾ ਹੈ ਕਿ ਉਸ ਚੀਜ਼ ਨੂੰ ਬੰਦ ਕੀਤਾ ਜਾਏ, ਉਸ ਜੋ ਵੀ ਪ੍ਰਥਾ ਬਣ ਗਈ ਹੈ ਉਹਨੂੰ ਖਤਮ ਕੀਤਾ ਜਾਏ। ਅਗਰ ਉਹ ਐਕਟ ਨਹੀਂ ਬਣੇਗਾ ਤੇ ਪੂਰੀ ਛੂਟ ਹੋਏਗੀ। ਇੱਕ ਥੋੜਾ ਡਰ ਡੈਟਰੈਂਟ ਹੁੰਦਾ ਵੇ ਇੱਕ ਐਕਟ। ਉਹਦਾ ਮਿਸਯੂਜ਼ ਡੋਮੈਸਟਿਕ ਵਾਇਲੈਂਸ ਐਕਟ ਦਾ ਵੀ ਹੋਇਆ, ਡਾਊਰੀ ਐਕਟ ਦਾ ਵੀ ਹੋਇਆ, ਹੁਣ ਜੋ ਨਵੀਂ ਲੈਜਿਸਲੇਸ਼ਨ ਆਈ ਹੈ ਸੈਕਸ਼ੂਅਲ ਅਸੌਲਟ ਉੱਤੇ ਔਰ ਰੇਪ ਉੱਤੇ, ਉਹਦਾ ਵੀ ਮਿਸਯੂਜ਼ ਹੋਏਗਾ। ਪਰ ਜਸਟ ਬਿਕੋਜ਼ ਮਿਸਯੂਜ਼ ਹੋਏਗਾ ਅਸੀਂ ਐਕਟਸ ਬਣਾਉਣੇ ਬੰਦ ਨਹੀਂ ਕਰ ਸਕਦੇ, ਅਸੀਂ ਡੈਟਰੈਂਟਸ ਬਣਾਉਣੇ ਬੰਦ ਨਹੀਂ ਕਰ ਸਕਦੇ ਹਾਂ। ਜੈਸਮੀਨ, ਜਿਹੜੀਆਂ ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ ਨੇ, ਜਿਵੇਂ ਔਰਤ ਨਾਲ ਟਾਰਚਰ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਐਦਾਂ ਦੀ ਨਿਊਜ਼ ਆਉਂਦੀ ਹੈ, ਜਿਵੇਂ ਹੁਣੇ 2 ਦਿਨ ਪਹਿਲਾਂ ਤਰਨਤਾਰਨ ਦੇ ਵਿੱਚ ਹੋਏ ਹੈ, ਇੱਕ ਪੁਲਿਸ ਮੁਲਾਜ਼ਮਾਂ ਨੇ ਇੱਕ ਲੜਕੀ ਨੂੰ ਸ਼ਰੇ ਬਾਜ਼ਾਰ ਕੁੱਟਿਆ ਹੈਗਾ। ਉਸ ਤਰ੍ਹਾਂ ਦੀਆਂ ਘਟਨਾਵਾਂ ਤੁਹਾਡੀਆਂ ਪੇਂਟਿੰਗਸ ਦੇ ਵਿੱਚ ਕੋਈ ਸਬਜੈਕਟ ਬਣਦੀਆਂ ਨੇ? ਹਾਂ, ਬਿਲਕੁਲ ਬਣਦੀ ਹੈ। ਮੈਂ ਜਿਵੇਂ ਹੁਣ ਪਿੱਛੇ ਹੀ ਗੱਲ ਕੀਤੀ ਕ੍ਰੂਸੀਫਿਕਸ਼ਨ, ਮੇਰਾ ਉਹੀ ਕਹਿਣ ਦਾ ਮਤਲਬ ਸੀਗਾ ਕਿ ਕ੍ਰੂਸੀਫਾਈ ਹੋ ਰਹੀ ਹੈ ਲੇਡੀ ਇੱਕ ਹਰ ਇੱਕ ਖੇਤਰ ਵਿੱਚ। ਜਿਵੇਂ ਦੇਖ ਲਓ, ਘਰ ਤੋਂ ਲੈ ਕੇ ਬਾਹਰ ਤੱਕ ਕੰਮ ਕਰ ਰਹੀ ਹੈ, ਤਾਂ ਮਤਲਬ ਸਾਰੀ ਇਹ ਚੀਜ਼ਾਂ ਡੈਫੀਨੇਟਲੀ ਇੱਕ ਆਰਟਿਸਟ ਹੋਣ ਦੇ ਨਾਲ ਔਰ ਇੱਕ ਔਰਤ ਹੋਣ ਦੇ ਨਾਲ ਮੇਰੇ ਤੇ ਜ਼ਿਆਦਾ ਇਫੈਕਟ ਕਰਦੀਆਂ, ਤੇ ਕਿਤੇ ਨਾ ਕਿਤੇ ਉਹ ਗੱਲ ਪੱਕਾ ਆਂਦੀ ਹੀ ਹੈ ਪੇਂਟਿੰਗ। ਦਰਦ ਹੈ ਵੀ ਇੱਕ ਔਰਤ ਹੈ। ਤੁਸੀਂ ਸੁਖਦੀਪ ਤੇ ਆਉਣਾ ਮੈਂ ਦੁਬਾਰਾ, ਤੁਸੀਂ ਪੱਤਰਕਾਰ ਹੋ, ਬਹੁਤ ਮੈਂ ਦੇਖਿਆ ਤੁਹਾਨੂੰ ਐਕਟਿਵਲੀ ਕੰਮ ਕਰਦੇ, ਕਦੇ ਕਦੇ ਆਪਾਂ ਫੀਲਡ 'ਚ ਵੀ ਮਿਲਦੇ ਹਾਂ। ਜਿਹੜਾ ਮਰਦ ਹੈ ਉਹ ਹਮੇਸ਼ਾ ਜਦੋਂ ਦੂਜੇ ਮਰਦ ਨੂੰ ਗਾਲ ਕੱਢਦਾ ਤੇ ਉਹਦੇ ਨਜ਼ਦੀਕੀ ਰਿਸ਼ਤੇ 'ਚ ਕੋਈ ਔਰਤ ਹੈ, ਉਸੇ ਨੂੰ ਕਿਉਂ ਹਿੱਟ ਕੀਤਾ ਜਾਂਦਾ ਹੈ?
ਇਹ ਮੇਰੇ ਖਿਆਲ ਨਾਲ ਖਾਲੀ ਸਾਡੇ ਦੇਸ਼ ਵਿੱਚ ਨਹੀਂ ਹੁੰਦਾ, ਦੂਜੇ ਦੇਸ਼ਾਂ 'ਚ ਵੀ ਹੁੰਦਾ ਜੋ ਗਾਲਾਂ ਨੇ ਉਹ ਔਰਤ ਨੂੰ, ਮੇਰੇ ਖਿਆਲ ਨਾਲ ਕਿਉਂਕਿ ਔਰਤ ਇੱਕ ਤਰ੍ਹਾਂ ਦੀ ਇੱਜ਼ਤ ਦੀ ਇੱਕ ਸਿੰਬਲ ਹੁੰਦੀ ਹੈ ਤੁਹਾਡੀ ਸੋਸਾਇਟੀ ਵਿੱਚ, ਤੇ ਜਦੋਂ ਤੁਸੀਂ ਉਹਨੂੰ ਕਿਸੇ ਨੂੰ ਇਨਸਲਟ ਕਰਨਾ ਹੈ ਤਾਂ ਸਭ ਤੋਂ ਜ਼ਿਆਦਾ ਇਨਸਲਟ ਕਰਨ ਦਾ ਤਰੀਕਾ ਕਿ ਔਰਤ ਨੂੰ ਇਨਸਲਟ ਕਰੋ। ਪਰ ਆਈ ਥਿੰਕ ਇਹ ਟਾਈਮ ਅਸੀਂ ਕਹਿੰਦੇ ਕਿ ਖਾਲੀ ਲੈਜਿਸਲੇਸ਼ਨਸ ਬਣਾਉਣਾ ਕੁਝ ਨਹੀਂ ਹੋਏਗਾ। ਜੋ ਰਿਸਪੈਕਟ ਇੱਕ ਔਰਤ ਦੀ ਉਹ ਘਰ ਤੋਂ ਸ਼ੁਰੂ ਹੋਣੀ ਚਾਹੀਦੀ ਹੈ। ਇੱਕ ਤੁਸੀਂ ਆਪਣੇ ਬੱਚੇ ਨੂੰ ਜਦੋਂ ਸ਼ੁਰੂਆਤ ਤੋਂ ਹੀ ਦੇਖ ਲਓ, ਇੱਕ ਬੇਟੀ ਪੈਦਾ ਹੁੰਦੀ ਔਰ ਇੱਕ ਬੇਟਾ ਪੈਦਾ ਹੁੰਦਾ ਕਿ ਕਿੰਨਾ ਫਰਕ ਹੁੰਦਾ ਇਹਦੇ 'ਚ, ਤੇ ਸ਼ੁਰੂਆਤ ਤੇ ਤੁਹਾਨੂੰ ਉੱਥੋਂ ਕਰਨੀ ਹੈਗੀ ਹੈ। ਬੇਟੀਆਂ ਨਹੀਂ ਹੋਣਗੀਆਂ ਤੇ ਬੇਟੇ ਵੀ ਨਹੀਂ ਪੈਦਾ ਹੋਣਗੇ ਤੇ ਇਹ ਵੀ ਇੱਕ ਬੇਸਿਕ ਚੀਜ਼ ਸਮਝ ਆਣੀ ਚਾਹੀਦੀ ਹੈ। ਆਪਾਂ ਰਿਸ਼ਤਿਆਂ ਦੀ ਗੱਲ ਕਰਦੇ ਹਾਂ, ਜੇ ਬੇਟੀ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਰਿਹਾ, ਸਾਡਾ ਤੇ ਮਾਸੀ ਦਾ ਤੇ ਨਨਾਣ ਦਾ ਰਿਸ਼ਤਾ ਹੀ ਖਤਮ ਹੋ ਜਾਏਗਾ, ਹੈ ਨਾ। ਅੱਗੇ ਬੱਚਿਆਂ ਨੂੰ ਮਾਸੀ ਦੇ ਦਰਸ਼ਨ ਨਹੀਂ ਹੋਣਗੇ, ਤੇ ਜਿਹੜੀਆਂ ਕੋਈ ਇੱਕਾ ਦੁੱਕਾ ਲੜਕੀਆਂ ਰਹਿ ਜਾਣਗੀਆਂ, ਉਹਨਾਂ ਦਾ ਨਨਾਣ ਦਾ ਕੋਈ ਰਿਸ਼ਤਾ ਨਹੀਂ ਹੋਏਗਾ। ਹੋਰ ਮਾਸੜ ਔਰ ਦੂਜੇ ਮਾਮਿਆਂ ਵਾਸਤੇ ਵੀ ਕੁੜੀਆਂ ਚਾਹੀਦੀਆਂ ਨੇ, ਕੁੜੀਆਂ ਨਹੀਂ ਹੋਣਗੇ ਤੇ ਮਾਸੜ ਮਾਮੇ ਵੀ ਨਹੀਂ ਪੈਦਾ ਹੋਣਗੇ। ਮੇਰੇ ਖਿਆਲ ਨਾਲ ਪੰਜਾਬ ਵਿੱਚ ਹੋ ਰਿਹਾ ਸਭ, ਹਰਿਆਣਾ ਜੋ ਸਟੇਟਸ ਫੀਮੇਲ ਫੀਟੀਸਾਈਡ ਵਿੱਚ ਇੰਨੇ ਬੁਰੀ ਤਰ੍ਹਾਂ ਉਹਨਾਂ ਦੀ ਜੋ ਟਰੈਕ ਰਿਕਾਰਡ ਹੈਗਾ ਵੇ, ਉਹਨਾਂ ਨੂੰ ਇਹ ਸੋਚਣਾ ਪਏਗਾ ਕਿ ਮਾਸੀ ਔਰ ਨਾਨਾ ਤੇ ਖੈਰ ਉਵੇਂ ਹੀ ਛੋਟੀ ਫੈਮਿਲੀ ਦੇ ਕਾਰਨ ਨਹੀਂ ਹੋਣਗੀਆਂ, ਕੱਲ ਨੂੰ ਮਾਸੜ ਵੀ ਨਹੀਂ ਹੋਣਗੇ, ਮਾਮੇ ਵੀ ਨਹੀਂ ਹੋਣਗੇ। ਅਗਰ ਅਸੀਂ ਗੱਲ ਕਰਦੇ ਹਾਂ ਸੁਖਦੀਪ ਤੁਹਾਡੇ ਨਾਲ ਕਿ ਬਹੁਤ ਜ਼ਿਆਦਾ ਅਪਰਾਧ, ਬਲਾਤਕਾਰ, ਡੋਮੈਸਟਿਕ ਵਾਇਲੈਂਸ ਵੀ ਹੈਗਾ, ਘਰੇਲੂ ਅਤਿਆਚਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਔਰਤ ਤਾਂ ਪਿਸ ਹੀ ਰਹੀ ਆ, ਜੇ ਤੁਸੀਂ ਕਹਿੰਦੇ ਹੋ ਤੁਸੀਂ ਮੈਂ ਤਾਂ ਸੈਟੀਸਫੈਕਸ਼ਨ ਹੈਗੀ ਆ ਮੈਨੂੰ ਜਿਸ ਮੁਕਾਮ ਤੇ ਅੱਜ ਹੈਗੀ ਆ ਔਰਤ, ਪਰ ਇਸ ਨੂੰ ਕਿਸ ਤਰ੍ਹਾਂ ਘਟਾਇਆ ਜਾ ਸਕਦਾ, ਰੋਕਿਆ ਕਿਸ ਤਰ੍ਹਾਂ ਜਾ ਸਕਦਾ? ਜਿਹੜੀ ਸਾਡੀ ਇੱਕ ਕਲਾਸ ਹੈ, ਪਰਟੀਕੂਲਰ ਕਲਾਸ ਹੈ, ਉਹ ਸਟੇਟਮੈਂਟ ਸਾਰੀਆਂ ਨੇ, ਸੈਮੀਨਾਰਸ ਹੁੰਦੇ ਨੇ, ਸਾਰਾ ਕੁਝ ਹੁੰਦਾ ਕਿ ਹਾਂ ਇਹ ਬੰਦ ਹੋਣਾ ਚਾਹੀਦਾ, ਲੋਕਾਂ 'ਚ ਅਵੇਅਰਨੈਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਕੁਝ ਫਰਕ ਨਹੀਂ ਲੱਗ ਰਿਹਾ ਹੈਗਾ। ਮੈਂ ਇਹਦੇ 'ਚ ਦੋ ਚੀਜ਼ਾਂ ਕਹਾਂਗੀ। ਇੱਕ ਕਿ ਖਾਲੀ ਐਕਟਸ ਬਣਾਉਣਾ ਕੁਝ ਨਹੀਂ ਹੋਏਗਾ, ਉਹਨੂੰ ਇੰਪਲੀਮੈਂਟ ਕਰਨਾ ਪਏਗਾ। ਹੋਰ ਉਹਨੂੰ ਇੱਕ ਔਰਤ ਨੂੰ ਸਭ ਤੋਂ ਪਹਿਲਾਂ ਟੂ ਬਿਗਿਨ ਵਿਦ ਇੱਕ ਔਰਤ ਨੂੰ ਰਿਸਪੈਕਟ ਕਰਨੀ ਪਏਗੀ। ਘਰ ਦੇ ਅੰਦਰ ਜਦੋਂ ਬੇਟੀ ਪੈਦਾ ਹੁੰਦੀ, ਇੱਕ ਮਾਂ ਨੂੰ ਉਹਦੀ ਇੱਜ਼ਤ ਕਰਨੀ ਪਏਗੀ ਕਿ ਮੈਂ ਇਸ ਬੇਟੀ ਨੂੰ ਉਹੀ ਸਭ ਸਾਰੇ ਦੇਣੇ ਨੇ ਸਹੂਲਤਾਂ, ਉਹੀ ਸਭ ਦੇਣਾ ਜੋ ਮੈਂ ਇੱਕ ਬੇਟੇ ਨੂੰ ਦਿੰਦੀ। ਸਾਡੇ ਨਾਲ ਸੁਖਦੀਪ ਕਾਲਰ ਜੁੜੇ ਹੋਏ ਨੇ, ਅਸੀਂ ਦੇਖਦੇ ਹਾਂ ਉਹ ਕੀ ਕਹਿੰਦੇ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਮ ਹੈ ਤੁਹਾਡਾ, ਕਿੱਥੋਂ ਬੋਲਦੇ ਹੋ? ਵਿਜੇ ਸਿੰਘ ਬੋਲਦਾ ਜੀ, ਮੈਂ ਬਰਗਾੜੀ ਪਿੰਡ ਤੋਂ। ਵਿਜੇ ਸਿੰਘ ਜੀ ਸਵਾਗਤ ਹੈ। ਬਰਗਾੜੀ ਪਿੰਡ ਕਾਫੀ ਮਸ਼ਹੂਰ ਹੈ, ਤਰਕਸ਼ੀਲਾਂ ਦਾ ਪਿੰਡ ਹੈ। ਹਾਂਜੀ ਹਾਂਜੀ ਹਾਂਜੀ, ਸ਼੍ਰੀ ਕ੍ਰਿਸ਼ਨ ਜੀ ਇੱਥੋਂ ਦੇ ਰਹੇ ਨੇ, ਫਾਊਂਡਰ ਆਪਣੇ ਤਕਸ਼ੀਲ ਸੁਸਾਇਟੀ ਦੇ। ਹਾਂ ਬਿਲਕੁਲ ਬਿਲਕੁਲ, ਕੀ ਗੱਲ ਕਰਨੀ ਚਾਹੁੰਦੇ ਹੋ? ਸਰ ਸਭ ਤੋਂ ਪਹਿਲਾਂ ਮੈਂ ਆਏ ਹੋਏ ਮਹਿਮਾਨਾਂ ਨੂੰ ਮਹਿਲਾ ਦਿਵਸ ਦੀ ਲੱਖ ਲੱਖ ਵਧਾਈ ਦੇਣੀ ਚਾਹੁੰਦਾ। ਥੈਂਕ ਯੂ। ਲੱਖ ਲੱਖ ਵਧਾਈ ਜੀ। ਹਾਂਜੀ, ਇਸ ਦੇ ਨਾਲ ਮੈਂ ਦੂਸਰਾ ਇਹ ਗੱਲ ਸ਼ਾਮਲ ਕਰਨੀ ਚਾਹੁੰਦਾ ਪ੍ਰੋਗਰਾਮ ਦੇ ਵਿੱਚ, ਇੱਕ ਐਜੂਕੇਸ਼ਨ ਜਰੀਆ ਹੈ ਜਿਹੜਾ ਔਰਤ ਨੂੰ ਅਵੇਅਰਨੈਸ ਕਰ ਸਕਦਾ ਹੈ। ਔਰਤ ਦਾ ਜਾਣੀ ਆਪਦੇ ਹੱਕਾਂ ਪ੍ਰਤੀ ਜਿਹੜੀ ਜਾਗਰੂਕਤਾ ਹੈ, ਉਹ ਔਰਤ ਐਜੂਕੇਸ਼ਨ ਲੈ ਕੇ, ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇ ਕੇ ਆਪਾਂ ਔਰਤ ਨੂੰ ਉਹਦੇ ਹੱਕਾਂ ਦੇ ਪ੍ਰਤੀ ਆਪਾਂ ਅਵੇਅਰਨੈਸ ਕਰ ਸਕਦੇ ਹਾਂ। ਜਿੱਥੇ ਆਪਾਂ ਮੁੰਡਿਆਂ ਨੂੰ ਐਜੂਕੇਸ਼ਨ ਦਿਵਾਉਣ ਦੀ ਕੋਸ਼ਿਸ਼ ਕਰਦੇ ਹਾਂ, ਮੈਂ ਤਾਂ ਇਹੀ ਕਹਿਣਾ ਚਾਹਾਂਗਾ ਅੱਜ ਦੇ ਮਹਿਲਾ ਦਿਵਸ ਦੇ ਦਿਨ ਤੇ ਕਿ ਔਰਤਾਂ ਨੂੰ, ਲੜਕੀਆਂ ਨੂੰ ਵੀ ਉਹਨਾਂ ਹੀ ਪੜ੍ਹਾਉਣਾ ਚਾਹੀਦਾ ਜਿੰਨਾ ਆਪਾਂ ਲੜਕੀਆਂ ਨੂੰ ਪੜ੍ਹਾਉਂਦੇ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਇੱਕ ਬੇਸ਼ਕੀਮਤੀ ਗੱਲ ਕੀਤੀ ਸਾਡੇ ਸ਼ੋਅ ਦੇ ਵਿੱਚ, ਅੱਗੋਂ ਲਈ ਵੀ ਕਰਦੇ ਰਹਿਣਾ, ਸਾਨੂੰ ਉਡੀਕ ਰਿਹਾ ਕਰੇਗੀ ਤੁਹਾਡੀ ਕਾਲ ਦੀ। ਇੱਕ ਹੋਰ ਸਾਡੇ ਨਾਲ ਕਾਲਰ ਜੁੜੇ ਹੋਏ ਨੇ। ਹੈਲੋ ਹੈਲੋ, ਹਾਂ ਸੁਰਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਰਮੇਸ਼ ਕੌਸ਼ਲ ਬੋਲ ਰਹੇ ਜੀ। ਕੌਸ਼ਲ ਸਾਹਿਬ ਹੁਕਮ ਕਰੋ, ਕੀ ਗੱਲ ਕਰਨੀ ਚਾਹੁੰਦੇ ਹੋ? ਇਹ ਹੁਕਮ ਕੋਈ ਜੀ, ਮਹਿਲਾ ਦਿਵਸ ਤੇ ਤੁਹਾਡੇ ਚੈਨਲ ਲਈ ਸਭ ਤੋਂ ਪਹਿਲਾਂ ਤਾਂ ਸਾਰੀ ਮਹਿਲਾ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਹਾਂਜੀ ਹਾਂਜੀ। ਤੇ ਰਹੀ ਗੱਲ ਵਿਦਿਆ ਦੀ, ਵਿਦਿਆ ਵੀ ਲੜਕੀਆਂ ਨੇ ਬਹੁਤ ਕਰ ਲਈ, ਮਤਲਬ ਨੌਕਰੀ ਪੇਸ਼ੇ ਵਿੱਚ ਸਭ ਕੁਝ ਅੱਗੇ, ਕੋਈ ਗੱਲ ਨਹੀਂ ਹੈ। ਇੱਕ ਫਰਕ ਕੀ ਹੈ, ਜਿਹੜਾ ਵਿਤਕਰਾ ਇਹਦਾ ਨਾਲ, ਉਹ ਜਿਹੜੀ ਮਤਲਬ ਸੋਚ, ਮਾਨਸਿਕ ਸੋਚ ਨਹੀਂ ਨਾ, ਜਿੰਨੀ ਦੇਰ ਬਦਲਦੀ ਮਰਦਾਂ ਦੀ, ਉਨੀ ਦੇਰ ਕਹਾਣੀ ਸੈੱਟ ਨਹੀਂ ਬਹਿਣੀ ਮੇਰੇ ਖਿਆਲ ਚ। ਕੌਸ਼ਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਮਾਫ ਕਰਨਾ, ਤੁਹਾਡੀ ਗੱਲਬਾਤ ਅਸੀਂ ਥੋੜੀ ਜਿਹੀ ਵਿੱਚ ਕੱਟ ਰਹੇ ਹਾਂ, ਸਮਾਂ ਸਾਡੇ ਕੋਲ ਕਾਫੀ ਘੱਟ ਹੁੰਦਾ। ਇਹ ਗੱਲ ਕਰ ਰਹੇ ਨੇ ਜੈਸਮੀਨ ਕਿ ਐਜੂਕੇਸ਼ਨ, ਵਿਜੇ ਸਿੰਘ ਨੇ ਪਹਿਲਾਂ ਗੱਲਬਾਤ ਕੀਤੀ ਕਿ ਐਜੂਕੇਸ਼ਨ ਮਸਟ ਹੈ, ਹੋਣੀ ਚਾਹੀਦੀ ਹੈ ਲੜਕੀਆਂ ਦੇ ਲਈ। ਦੂਜੀ ਗੱਲ ਕੀਤੀ ਹੈ, ਕੌਸ਼ਲ ਸਾਹਿਬ ਗੱਲ ਕਰ ਰਹੇ ਸੀ ਕਿ ਐਜੂਕੇਸ਼ਨ ਤਾਂ ਠੀਕ ਹੈ, ਮਿਲ ਰਹੀ ਹੈ, ਸਾਰਾ ਕੁਝ ਮਿਲ ਰਿਹਾ, ਲੜਕੀਆਂ ਪੜ੍ਹ ਰਹੀਆਂ ਨੇ, ਹੁਣ ਕਾਫੀ ਉਹਨਾਂ ਨੇ ਪ੍ਰੋਫੈਸ਼ਨਲ ਕੋਰਸਿਸ ਕੀਤੇ ਨੇ, ਅੱਗੇ ਤੱਕ ਉਹਨਾਂ ਨੇ ਪੜ੍ਹਾਈ ਕੀਤੀ ਹੈ, ਪਰ ਮਾਨਸਿਕਤਾ ਬਦਲਣ ਦੀ ਲੋੜ ਹੈ ਅਪਰਾਧਾਂ ਨੂੰ ਖਤਮ ਕਰਨ ਦੀ। ਕੀ ਕਹੋਗੇ? ਬਿਲਕੁਲ, ਆਈ ਟਰੂਲੀ ਐਗਰੀ ਕਿ ਕਿਉਂਕਿ ਕੀ ਹੁੰਦਾ, ਐਜੂਕੇਸ਼ਨ ਤਾਂ ਆਪਾਂ ਦੇ ਦਿੰਦੇ ਆ, ਪਰ ਕਿਤੇ ਘਰੋਂ ਉਹੀ ਹੁੰਦਾ ਕਿ ਅੱਛਾ ਇਹ ਕੁੜੀ ਅੱਗੇ ਜੌਬ ਤੇ ਨਹੀਂ ਜਾਏਗੀ, ਜਾਂ ਜੌਬ ਤੇ ਜਾਏਗੀ ਤਾਂ ਇਹ ਟਾਈਮਿੰਗ ਹੋਣੇ ਚਾਹੀਦੇ। ਇਹ ਜਦ ਤੱਕ ਆਪਾਂ ਇੱਕ ਪੋਜ਼ਿਟਿਵ ਅਪਰੋਚ ਨਹੀਂ ਦਾਂਗੇ ਪਹਿਲਾਂ ਆਪਣੀ ਧੀਆਂ ਨੂੰ, ਤੇ ਫਿਰ ਲੋਕਾਂ ਦੀ ਧੀਆਂ ਬਾਰੇ ਜਾਂ ਭੈਣਾਂ ਬਾਰੇ ਅਗਰ ਇਹ ਅਪਰੋਚ ਨਹੀਂ ਲੈ ਕੇ ਚੱਲਦੇ, ਤਦ ਤੱਕ ਡੈਫੀਨੇਟਲੀ ਐਜੂਕੇਸ਼ਨ ਦਾ ਵੀ ਕੋਈ ਫਾਇਦਾ ਨਹੀਂ ਹੈ। ਤੁਸੀਂ ਕੀ ਕਹੋਗੇ? ਉਹੀ ਗੱਲ ਮੈਂ ਕੀਤੀ ਸੀ, ਜਿਵੇਂ ਉਹਨਾਂ ਨੇ ਕਿ ਜਦ ਤੱਕ ਤੁਸੀਂ ਮਾਈਂਡਸੈਟ ਨਹੀਂ ਚੇਂਜ ਕਰਦੇ, ਤੁਸੀਂ ਕੋਈ ਵੀ ਐਕਟ ਲੈ ਆਓ ਦੁਨੀਆ ਦਾ, ਤੁਸੀਂ ਉਹਨੂੰ ਇੰਪਲੀਮੈਂਟ ਨਹੀਂ ਕਰ ਸਕਦੇ ਹੋ। ਐਜੂਕੇਸ਼ਨ ਇੱਕ ਬੜੀ, ਉਹਨਾਂ ਨੇ ਅੱਛੀ ਗੱਲ ਕਹੀ ਹੈ ਤੁਹਾਡੇ ਕਾਲਰ ਨੇ, ਕਿ ਐਜੂਕੇਸ਼ਨ ਜੋ ਤੁਸੀਂ ਜਦੋਂ ਕੁੜੀ ਨੂੰ ਪੜ੍ਹਾਉਂਦੇ ਹੋ, ਤੁਸੀਂ ਪੂਰੇ ਪਰਿਵਾਰ ਨੂੰ ਪੜ੍ਹਾਉਂਦੇ ਹੋ,
ਕਿਉਂਕਿ ਉਹ ਅੱਗੇ ਜਾ ਕੇ ਉਹ ਐਜੂਕੇਸ਼ਨ ਆਪਣੀ ਦੂਜੀ ਫੈਮਿਲੀ 'ਚ ਵੀ ਲੈ ਕੇ ਜਾਏਗੀ। ਇੱਕ ਮੁੰਡੇ ਨੂੰ ਤੁਸੀਂ ਪੜ੍ਹਾਉਂਦੇ ਹੋ, ਸਿਰਫ ਤੁਸੀਂ ਇੱਕ ਮੁੰਡੇ ਨੂੰ ਪੜ੍ਹਾਉਂਦੇ ਹੋ, ਫਿਰ ਉਹਦੀ ਐਜੂਕੇਸ਼ਨ ਪਾਸ ਆਨ ਹੋਏਗੀ, ਉਹਦੇ ਬੱਚਿਆਂ ਜਾਂ ਉਹਦੀ ਬੀਵੀ ਨੂੰ ਐਵੇਂ ਨਹੀਂ ਹੁੰਦਾ। ਤੇ ਐਜੂਕੇਟ ਕਰਨਾ ਕੁੜੀਆਂ ਨੂੰ ਇਟਸ ਆਈ ਥਿੰਕ ਬੜਾ ਹੀ ਇੱਕ ਇੰਪੋਰਟੈਂਟ ਰੋਲ ਪਲੇ ਕਰੇਗਾ। ਪਰ ਸਭ ਤੋਂ ਇੰਪੋਰਟੈਂਟ ਹੈ ਮਾਈਂਡਸੈਟਸ। ਜਦ ਤੱਕ ਤੁਸੀਂ ਇੱਕ ਕੁੜੀ ਨੂੰ ਉਹਦਾ ਦਰਜਾ ਸੇਮ ਨਹੀਂ ਰੱਖਦੇ ਇੱਕ ਬੇਟੇ ਦੀ ਤਰ੍ਹਾਂ, ਤੁਸੀਂ ਜਿੰਨੇ ਮਰਜ਼ੀ ਐਕਟਸ ਲੈ ਆਓ, ਜੋ ਵੀ ਮਰਜ਼ੀ ਕਰ ਲਓ, ਤੁਸੀਂ ਕ੍ਰਾਈਮ ਨਹੀਂ ਰੋਕ ਸਕਦੇ, ਤੁਸੀਂ ਉਹਨਾਂ ਦੇ ਅਗੇਂਸਟ ਡਿਸਕ੍ਰਿਮੀਨੇਸ਼ਨ ਨਹੀਂ ਖਤਮ ਕਰ ਸਕਦੇ। ਮੈਂ ਤਾਂ ਕਹਿੰਦਾ ਕਿ ਜਿਹੜੇ ਛੋਟੇ ਬੱਚੇ ਨੇ ਤੇ ਫੀਮੇਲ ਹੈ, ਕੋਈ ਔਰਤ ਹੈ, ਉਹਨਾਂ ਦੀ ਜਿਹੜੀ ਮਾਨਸਿਕਤਾ, ਉਹਨਾਂ ਦੇ ਅੰਦਰਲੀ ਮਨ ਅੰਦਰ ਦੀ ਕੋਮਲਤਾ ਉਹ ਇੱਕ ਬਰਾਬਰ ਹੈ। ਪਰ ਅਸੀਂ ਦੇਖਿਆ ਕਿ ਔਰਤਾਂ ਦੇ ਖਿਲਾਫ ਤਾਂ ਅਪਰਾਧ ਹੁੰਦੇ ਨੇ, ਬੱਚਿਆਂ ਦੇ ਖਿਲਾਫ ਵੀ ਬਹੁਤ ਅਪਰਾਧ ਹੋ ਰਹੇ ਨੇ। ਹੋਰ ਜੋ ਬੱਚਿਆਂ ਦੇ ਖਿਲਾਫ ਹੁੰਦੇ ਨੇ ਉਹਦੇ 'ਚ ਤੇ ਉਹ ਕੋਈ ਐਕਟ ਵੀ ਬਣਾ ਲਓ ਤੁਸੀਂ ਕਿਵੇਂ ਇਨਸ਼ੋਰ ਕਰੋਗੇ? ਬੱਚਾ ਕਿਵੇਂ ਦੱਸੇਗਾ ਕਿ ਕੌਣ ਅਪਰਾਧੀ ਕੌਣ ਸੀ? ਉਹਨੂੰ ਕਿਵੇਂ ਕਟਘਰੇ 'ਚ ਲਿਆਇਆ ਜਾਏਗਾ ਅਪਰਾਧੀ ਨੂੰ? ਤੇ ਮੇਰੇ ਖਿਆਲ ਨਾਲ ਤੇ ਉਹੀ ਨਾ, ਜਦੋਂ ਬੱਚਿਆਂ ਨਾਲ ਹੁੰਦੇ ਨੇ ਫਿਰ ਅਸੀਂ ਇੰਨੀ ਜੋ ਗੱਲਾਂ ਹੁੰਦੀਆਂ ਨੇ ਕਿ ਕੁੜੀਆਂ ਠੀਕ ਕੱਪੜੇ ਪਾਉਣ, ਇੱਕ ਕੁੜੀ ਦੇ ਠੀਕ ਕੱਪੜੇ ਪਾਉਣ ਤੇ ਤੁਸੀਂ ਕਾਫੀ ਜ਼ੋਰ ਦਿੰਦੇ ਹੋ। ਹੋਰ ਇੱਕ ਛੋਟਾ ਬੱਚਾ, ਉਹਦੀ ਕੀ ਗਲਤੀ ਹੁੰਦੀ ਜਦੋਂ ਉਹਨੂੰ ਰੇਪ ਕੀਤਾ ਜਾਂਦਾ ਵੇ? ਉਹਦੇ ਤੇ ਨਾ ਕੱਪੜਿਆਂ ਦਾ ਦੋਸ਼ ਹੁੰਦਾ ਨਾ ਕੁਝ ਹੁੰਦਾ। ਤੇ ਮੇਰੇ ਖਿਆਲ ਨਾਲ ਮਾਨਸਿਕਤਾ ਦਾ ਦੋਸ਼ ਹੈਗਾ ਵੇ, ਔਰ ਇਸ ਮਾਨਸਿਕਤਾ ਵਾਸਤੇ ਦ ਸੋਸਾਇਟੀ ਇਜ਼ ਟੂ ਬੀ ਬਲੇਮਡ। ਇੱਕ ਪੰਜਾਬੀ ਸੰਗੀਤ ਦੇ ਵਿੱਚ ਜਿਹੜਾ ਪੰਜਾਬੀ ਪੋਇਟਰੀ ਹੈ, ਗੀਤਾਂ ਦੀ ਜਿਹੜੀ ਬਣਤਰ ਹੁੰਦੀ ਹੈ, ਸਾਡੇ ਵਾਕ ਬਣਤਰ ਹੁੰਦੀ ਹੈ, ਉਹਨਾਂ ਦੇ ਵਿੱਚ ਔਰਤ ਦੇ ਲਈ ਕੁਝ ਸ਼ਬਦਾਂ ਤੇ ਇਤਰਾਜ਼ ਕਰਦੀਆਂ ਨੇ ਜਿਹੜੀਆਂ ਔਰਤਾਂ ਦੀਆਂ ਜਥੇਬੰਦੀਆਂ ਨੇ। ਤੁਸੀਂ ਇਸ ਦੇ ਨਾਲ ਸਹਿਮਤ ਹੋ? ਪੰਜਾਬੀ ਲਿਰਿਕਸ, ਡੈਰੋਗੇਟਰੀ ਜਿਹੜੇ ਵਰਡਸ ਯੂਜ਼ ਕੀਤੇ ਜਾਂਦੇ, ਪੰਜਾਬੀ ਲਿਰਿਕਸ ਜੋ ਯੂਜ਼ ਹੁੰਦੇ ਨੇ, ਜੋ ਸ਼ਬਦ ਯੂਜ਼ ਹੁੰਦੇ ਨੇ ਗਾਣਿਆਂ 'ਚ ਪੰਜਾਬ ਦੇ, ਜੋ ਕਿ ਬੜੇ ਪੂਰੇ ਦੇਸ਼ ਵਿੱਚ ਹਿੱਟ ਹੁੰਦੇ ਨੇ, ਉਹਨਾਂ ਜੋ ਔਰਤਾਂ ਵਾਸਤੇ ਸ਼ਬਦ ਯੂਜ਼ ਕੀਤੇ ਜਾਂਦੇ ਨੇ, ਉਹਦੇ ਉਸ ਤੋਂ ਜ਼ਿਆਦਾ ਡੈਰੋਗੇਟਰੀ ਕੀ ਤੁਹਾਡੀ ਮਾਨਸਿਕਤਾ ਨੂੰ ਦਰਸਾ ਸਕਦਾ ਹੈ ਕੋਈ? ਹੋਰ ਹਨੀ ਸਿੰਘ ਜਾਂ ਜੋ ਵੀ ਕੁਝ ਜੋ ਵੀ ਇਹਨਾਂ ਨੇ ਗਾਣੇ ਗਾਏ ਨੇ, ਜੋ ਗਾਇਕ ਹੈਗੇ ਨੇ, ਇਹਨਾਂ ਨੂੰ ਇੱਕ ਜੋ ਦਿੱਲੀ ਦੇ ਕਾਂਡ ਤੋਂ ਬਾਅਦ ਇੱਕ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੈ, ਉਹ ਮੇਰੇ ਖਿਆਲ ਨਾਲ ਪਹਿਲਾਂ ਵੀ ਹੋ ਜਾਣਾ ਚਾਹੀਦਾ ਸੀ। ਇੱਕ ਕਾਂਡ ਤੋਂ ਪਹਿਲਾਂ ਤੁਸੀਂ ਉਸ ਤੋਂ ਪਹਿਲਾਂ ਨਹੀਂ ਉਹ ਲਿਰਿਕਸ ਉਨੇ ਹੀ ਆਬਜੈਕਸ਼ਨੇਬਲ ਹੈਗੇ ਸਨ। ਤੁਸੀਂ ਪੰਜਾਬ ਵਿਧਾਨ ਸਭਾ 'ਚ ਉਹ ਕਵਰ ਕਰ ਰਹੇ ਸੀ ਜਿਹੜਾ ਐਪੀਸੋਡ ਹੋਇਆ ਸੀਗਾ ਵਿਕਰਮ ਮਜੀਠੀਆ ਤੇ ਰਾਣਾ ਗੁਰਜੀਤ ਵਾਲਾ, ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ? ਉੱਥੇ ਵੀ ਮੇਰੇ ਖਿਆਲ ਨਾਲ ਇੱਕ ਪੱਤਰਕਾਰ ਦੇ ਰੂਪ ਤੇ ਮੈਨੂੰ ਲੱਗਿਆ ਕਿ ਇੱਕ ਵਿਧਾਨ ਸਭਾ ਇੱਕ ਖੇਤਰ ਇੱਕ ਇਹੋ ਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਤੁਸੀਂ ਕੋਈ ਡਿਬੇਟ ਕਰਨੀ ਹੁੰਦੀ ਹੈ ਆਪਣੇ ਪ੍ਰਦੇਸ਼ ਦੇ ਵਾਸਤੇ। ਉੱਥੇ ਇਸ ਲੈਵਲ ਤੱਕ ਡਿਸਕਸ਼ਨ, ਇਸ ਲੈਵਲ ਤੱਕ ਗਾਲੀ ਗਲੋਚ ਹੋਇਆ, ਉਹ ਤੇ ਆਪੱਤੀਜਨਕ ਹੈ ਹੀ ਸੀ। ਉਸ ਤੋਂ ਜ਼ਿਆਦਾ ਸੀ ਕਿ ਇੱਕ ਦੂਜੇ ਲੈਜਿਸਲੇਟਰ ਨੂੰ, ਇੱਕ ਬੰਦਾ ਜੋ ਮੰਤਰੀ ਹੈਗਾ ਵੇ, ਉਹ ਭੈਣ ਦੀ ਗਾਲ ਕੱਢਦਾ ਹੈ। ਤੇ ਮੇਰੇ ਖਿਆਲ ਨਾਲ ਉਹ ਤੇ ਇੱਕ ਔਰਤ, ਇੱਕ ਪੱਤਰਕਾਰ ਜੋ ਕਿ ਇੱਕ ਔਰਤ ਹੈ, ਉਹ ਮੇਰੇ ਸੈਂਟੀਮੈਂਟਸ ਤੋਂ, ਮੇਰੀ ਸੈਂਸਿਟੀਵਿਟੀਜ਼ ਨੂੰ ਬਹੁਤ ਹਰਟ ਕੀਤੀ ਉਹ ਗੱਲ, ਕਿ ਅਗਰ ਅਸੀਂ ਅੱਜ ਇੰਨੀ ਤੁਸੀਂ ਸਵਾਲ ਵੀ ਪੁੱਟ ਕੀਤਾ ਸੀ ਸਾਡੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੂੰ, ਕੀ ਗੱਲ ਹੋਈ ਸੀ ਉਹ? ਮੇਰੇ ਖਿਆਲ ਨਾਲ ਸ਼ਾਇਦ ਉਹਨਾਂ ਨੂੰ ਪਤਾ ਨਹੀਂ ਸੀ ਕਿ ਗਾਲ ਕੀ ਕੱਢੀ ਗਈ, ਤੇ ਉਹਨਾਂ ਨੇ ਮੇਰੇ ਕੋਲ ਪੁੱਛ ਲਿਆ ਪ੍ਰੈਸ ਕਾਨਫਰੰਸ ਵਿੱਚ ਕਿ ਤੁਸੀਂ ਦੱਸੋ ਗਾਲ ਕਿਹੜੀ ਕੱਢੀ ਗਈ, ਜੋ ਕਿ ਇੱਕ ਸਾਰੇ ਪੱਤਰਕਾਰਾਂ ਨੂੰ ਕਾਫੀ ਜਿਸ ਚੀਜ਼ 'ਤੇ ਨਾਰਾਜ਼ਗੀ ਹੋਈ। ਪਰ ਮੈਨੂੰ ਲੱਗਦਾ ਹੈਗਾ ਕਿ ਇਹ ਜੋ ਪੂਰਾ ਪ੍ਰਕਰਨ ਹੈਗਾ ਸੀ, ਗਾਲਾਂ ਕੱਢਣ ਤੋਂ ਲੈ ਕੇ ਸਵਾਲ ਪੁੱਛਣ ਤੱਕ, ਆਈ ਥਿੰਕ ਇੱਕ ਉਸ ਸੋਸਾਇਟੀ ਦਾ ਇੱਕ ਰਿਫਲੈਕਸ਼ਨ ਹੈਗਾ ਵੇ ਜੋ ਵਿਮਨ ਦੀ ਤਰਫ ਹੈਗਾ ਵੇ। ਉਹਦੇ 'ਚ ਸਾਡੇ ਨਾਲ ਕਾਲਰ ਜੁੜੇ ਹੋਏ ਨੇ, ਅਸੀਂ ਦੇਖਦੇ ਹਾਂ ਉਹ ਕੀ ਕਹਿੰਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ, ਕਿੱਥੋਂ ਬੋਲਦੇ ਹੋ? ਸਰ ਅਮਰਜੀਤ ਬੋਲ ਰਿਹਾ ਜੀ, ਰੋਪੜ ਤੋਂ ਜੀ। ਹਾਂਜੀ ਅਮਰਜੀਤ ਜੀ, ਗੱਲ ਕਰੋ, ਕੀ ਕਰਨੀ ਗੱਲ ਚਾਹੁੰਦੇ ਹੋ ਤੁਸੀਂ? ਅਸੀਂ ਗੱਲ ਇਹ ਕਹਿਣਾ ਚਾਹੁੰਦੇ ਕਿ ਜਿਹੜੇ ਆਮ ਆਪਣੇ ਤੀਵੀਆਂ ਕੁੜੀਆਂ ਨੂੰ ਉੱਥੇ ਸ਼ਰੇਆਮ ਕੁੱਟਿਆ ਜਾਂਦਾ, ਤਾਂ ਇਹਨਾਂ ਬਾਰੇ ਵੀ ਮਤਲਬ ਕੀ ਹੋਣਾ ਚਾਹੀਦਾ? ਆਪਾਂ ਮੈਸੇਜ ਸੁਣਾ ਰਹੇ ਹਾਂ ਹਾਂਜੀ, ਸਭ ਨੂੰ, ਮਤਲਬ ਮੈਸੇਜ ਆਪਣਾ ਕੁੜੀਆਂ ਨੂੰ ਵੀ ਸਾਨੂੰ ਇੱਕ ਸਮਾਨ ਰੱਖਿਆ ਜਾਣਾ ਚਾਹੀਦਾ। ਠੀਕ ਹੈ ਜੀ। ਹਾਂਜੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਅਮਰਜੀਤ ਜੀ। ਕਾਨੂੰਨ ਬਣਿਆ ਹੋਇਆ ਹੈ, ਸਾਰਾ ਕੁਝ ਬਣਿਆ ਹੋਇਆ, ਗੱਲ ਤਾਂ ਇਹ ਹੈ ਕਿ ਇੰਪਲੀਮੈਂਟੇਸ਼ਨ ਉਹਦੀ ਕਿੰਨੀ ਕੁ ਹੈ, ਕਿੰਨਾ ਕੁ ਲਾਗੂ ਹੁੰਦਾ, ਕਿੰਨਾ ਕੁ ਇਮਾਨਦਾਰੀ ਦੇ ਨਾਲ ਉਹਨੂੰ ਲਾਗੂ ਕੀਤਾ ਜਾਂਦਾ। ਇੱਕ ਹੋਰ ਸਾਡੇ ਨਾਲ ਕਾਲਰ ਜੁੜੇ ਹੋਏ ਨੇ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ, ਕਿੱਥੋਂ ਬੋਲਦੇ ਹੋ? ਕਪੂਰਥਲਾ ਬੋਲਦੇ ਹਾਂ, ਕਿਸ਼ਨ ਸਿੰਘ ਨਾਮ ਜੀ। ਹਾਂਜੀ, ਕੀ ਗੱਲ ਕਰਨੀ ਚਾਹੁੰਦੇ ਹੋ? ਗੱਲ ਇਹੋ ਕਰ ਰਿਹਾ ਨਾ, ਮਾਂ ਨੂੰ ਮਾਂ ਸਮਝਾ, ਧੀ ਨੂੰ ਧੀ ਸਮਝ ਆਵੇ ਤੇ ਬਹੁਤ ਕੁਝ ਕੰਟਰੋਲ ਹੋ ਸਕਦਾ ਜੀ। ਹਾਂ ਬਿਲਕੁਲ ਜੀ, ਸਾਡੇ ਗੁਰਬਾਣੀ 'ਚ ਵੀ ਸਾਡਾ ਵਾਕ ਹੈਗਾ ਕਿ ਦੇਖ ਪਰਾਈਆਂ ਮਾਵਾਂ ਧੀਆਂ ਭੈਣਾਂ ਆਪਣੀਆਂ ਕਰ ਜਾਣ, ਹੈ ਨਾ ਜੀ। ਤੇ ਬਹੁਤ ਬਹੁਤ ਧੰਨਵਾਦ, ਤੁਸੀਂ ਗੱਲ ਕੀਤੀ ਸਾਡੇ ਦੇ ਨਾਲ। ਠੀਕ ਕਹਿ ਰਹੇ ਨੇ ਕਾਲਰ, ਇੰਪਲੀਮੈਂਟੇਸ਼ਨ ਨਹੀਂ ਹੈਗੀ ਕਾਨੂੰਨ ਦੀ ਕਿਤੇ, ਤੇ ਜਿਹੜੀਆਂ ਪਰਾਈਆਂ ਧੀਆਂ ਭੈਣਾਂ ਵੀ ਨੇ ਉਹਨਾਂ ਨੂੰ ਵੀ ਆਪਣਾ ਸਮਝਣਾ ਚਾਹੀਦਾ। ਤੁਸੀਂ ਜੈਸਮੀਨ ਕੁਝ ਕਹਿਣਾ ਚਾਹੋਗੇ? ਮੈਂ ਤਾਂ ਕਹਿੰਦੀ ਹਾਂ ਚੈਰਿਟੀ ਬਿਗਿਨਸ ਐਟ ਹੋਮ। ਅਗਰ ਤੁਸੀਂ ਖੁਦ ਆਪਣੇ ਆਪ ਨੂੰ ਸੁਧਾਰ ਲਓ ਅੱਜ ਦੇ ਟਾਈਮ 'ਤੇ, ਉਹ ਮੋਰ ਦੈਨ ਇਨਫ ਹੈ। ਅਗਰ ਹਰ ਇੱਕ ਇਨਸਾਨ ਐਵੇਂ ਸੋਚੇ ਤੇ ਆਪਣੇ ਆਪ ਨੂੰ ਸੁਧਾਰੇ ਰਾਦਰ ਦੈਨ ਸੁਸਾਇਟੀ ਨੂੰ ਸੁਧਾਰਨ ਦੀ ਬਜਾਏ, ਤੇ ਆਈ ਥਿੰਕ
ਹੋ ਸਕਦਾ ਹੈ ਕੁਝ, ਸਕਦਾ ਹੈ। ਅਦਰਵਾਈਜ਼ ਇਟਸ ਨਾਟ। ਤਰਨਤਾਰਨ ਦੀ ਜਿਹੜੀ ਘਟਨਾ ਹੋਈ, ਲੜਕੀ ਨੂੰ ਕੁੱਟਿਆ ਮਾਰਿਆ ਗਿਆ ਪੁਲਿਸ ਮੁਲਾਜ਼ਮਾਂ ਵੱਲੋਂ, ਤੁਸੀਂ ਉਸ ਨੂੰ ਟੀਵੀ ਤੇ ਦੇਖਿਆ ਜਾਂ ਅਖਬਾਰ 'ਚ ਪੜ੍ਹਿਆ? ਉਸ ਨਹੀਂ, ਮੈਂ ਪੜ੍ਹਿਆ ਸੀਗਾ, ਮੈਂ ਟੀਵੀ ਤੇ ਤਾਂ ਨਹੀਂ ਦੇਖਿਆ, ਬਟ ਬਹੁਤ ਹੀ ਮਤਲਬ ਮੈਨੂੰ ਆਪ ਬਹੁਤ ਡਿਸਟਰਬਿੰਗ ਲੱਗਿਆ, ਬਿਕਾਜ਼ ਚਲੋ ਜੋ ਵੀ ਹੈ ਸ਼ੀ ਡਿਡ ਸਮਥਿੰਗ ਰੋਂਗ ਔਰ ਵਾਟਐਵਰ, ਬਟ ਤੁਹਾਡੇ ਮਨ 'ਚ ਆਇਆ ਕੁਝ ਕਿ ਉਹਦਾ ਮੈਂ ਚਿੱਤਰ ਬਣਾਵਾਂ ਜਾਂ ਉਸ ਦੀ ਜਿਹੜੀ ਵੇਦਨਾ ਹੈ ਉਸ ਨੂੰ ਚਿੱਤਰ ਦੇ ਰੂਪ 'ਚ ਪ੍ਰਗਟ ਕਰਾਂ? ਡੈਫੀਨਿਟਲੀ ਉਹ ਹੋਏਗਾ, ਸਾਨੂੰ ਉਡੀਕ ਰਹੇਗੀ ਉਹਦੀ। ਹਾਂ, ਤੁਹਾਨੂੰ ਕਾਫੀ ਜ਼ਿਆਦਾ, ਤੁਸੀਂ ਕੀ ਮਤਲਬ, ਸਾਡੀ ਟਾਈਮ ਬਹੁਤ ਘੱਟ ਰਹਿ ਗਿਆ, ਜਾਂਦੇ ਜਾਂਦੇ ਕੀ ਕਹੋਗੇ ਕਿ ਕੀ ਅਜਿਹਾ ਕੁਝ ਹੋਣਾ ਚਾਹੀਦਾ ਸਾਡੀਆਂ ਜਥੇਬੰਦੀਆਂ ਵੱਲੋਂ, ਸਾਡੇ ਆਪਣੇ ਪੱਧਰ ਤੋਂ, ਕਿ ਸਾਡੀ ਮਾਨਸਿਕਤਾ ਜਿਹੜੀ ਹੈ ਉਹ ਚੇਂਜ ਹੋਵੇ, ਬਦਲੇ, ਔਰਤ ਦੇ ਪ੍ਰਤੀ ਜਿਹੜੀ ਮਾਨਸਿਕਤਾ ਹੈ? ਮੈਂ ਉਹੀ ਕਹਾਂਗੀ ਕਿ ਜਦੋਂ ਬੇਟੀ ਪੈਦਾ ਹੋਏ ਉਹਨੂੰ ਉਨਾ ਹੀ ਮਾਨ ਸਨਮਾਨ ਦਿਓ ਜਿਵੇਂ ਇੱਕ ਬੇਟੇ ਨੂੰ ਦੋਗੇ, ਕਿਉਂਕਿ ਉਹਨੇ ਹੀ ਅੱਗੇ ਜਾ ਕੇ ਜੋ ਵੀ ਵੰਸ਼ ਚਲਾਣੇ ਨੇ ਬੇਟੀ ਦੇ ਥਰੂ ਹੀ ਚੱਲਣੇ ਹੈਗੇ ਨੇ। ਤੇ ਦੋਨੋਂ ਇੱਕ ਜੋ ਇੱਕ ਸਿਸਟਮ ਬਣਾਇਆ ਭਗਵਾਨ ਨੇ ਕਿ ਦੋਨੋਂ ਇੱਕ ਦੂਜੇ ਦੇ ਪੂਰਕ ਹੈਗੇ ਨੇ। ਤੁਸੀਂ ਇੱਕ ਨੂੰ ਨਿਗਲੈਕਟ ਕਰਕੇ ਦੂਜੇ ਨੂੰ ਤੁਸੀਂ ਅੱਗੇ ਵਧਾਓਗੇ ਤੇ ਉਹਦੇ ਨਾਲ ਇੱਕ ਪੂਰੀ ਸੋਸਾਇਟੀ ਐਜ਼ ਅ ਹੋਲ ਨਹੀਂ ਅੱਗੇ ਜਾ ਸਕਦੀ ਹੈਗੀ ਹੈ। ਤੇ ਮੈਂ ਇਹ ਕਹਾਂਗੀ ਕਿ ਔਰਤ ਨੂੰ ਖਾਲੀ ਇੱਕ ਦਿਨ ਵਿਮਨਸ ਡੇ ਕਰਕੇ ਉਹਨੂੰ ਖਤਮ ਨਾ ਕਰ ਦਿਓ ਉਸ ਇਸ਼ੂ ਨੂੰ। ਪੂਰੇ 365 ਡੇਜ਼ ਉਹ ਤੁਹਾਡੇ ਘਰ ਵਿੱਚ, ਤੁਹਾਡੇ ਆਫਿਸਾਂ 'ਚ ਕੰਮ ਕਰਦੀ ਹੈਗੀ, ਉਹਨੂੰ 365 ਡੇਜ਼ ਉਨੀ ਇੱਜ਼ਤ ਦਿਓ ਜਿੰਨੀ ਤੁਸੀਂ ਅੱਜ ਇੱਕ ਦੇਣਾ ਚਾਹੁੰਦੇ ਹੋ। ਹਾਂ ਬਿਲਕੁਲ, ਸਾਨੂੰ ਅੱਜ ਦੇ ਸ਼ੋਅ ਤੋਂ ਇਹ ਵੀ ਪਤਾ ਲੱਗਾ ਕਿ ਅੱਜ ਵਿਮਨਸ ਡੇ ਹੈ, ਪਰ ਸਾਨੂੰ ਕਿਸੇ ਸਾਡੀ ਮਾਂ ਭੈਣ ਦੀ ਜਾਂ ਫੋਨ ਨਹੀਂ ਕੀਤਾ, ਫੋਨ ਨਹੀਂ ਆਇਆ। ਇਹ ਦਿਖਾਉਂਦਾ ਕਿ ਸ਼ਾਇਦ ਹਾਂ ਬਿਲਕੁਲ। ਸੰਦੀਪ ਜੀ, ਤੁਸੀਂ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੈਸਮੀਨ, ਬਹੁਤ ਬਹੁਤ ਥੈਂਕ ਯੂ ਵੈਰੀ ਮਚ, ਧੰਨਵਾਦ। ਇਸ ਦੇ ਨਾਲ ਹੀ ਸਾਡਾ ਅੱਜ ਦਾ ਬ੍ਰੇਕਫਾਸਟ ਸ਼ੋਅ ਇੱਥੇ ਖਤਮ ਹੁੰਦਾ ਹੈ। ਤੁਸੀਂ ਸਾਨੂੰ ਆਪਣੀ ਰਾਏ ਦੇਣਾ ਨਾ ਭੁੱਲਣਾ editor@dayandnightnews.com ਤੇ। ਫਿਲਹਾਲ ਮੈਨੂੰ ਇਜਾਜ਼ਤ ਦਿਓ, ਕੱਲ ਸਵੇਰੇ ਫੇਰ ਮਿਲਾਂਗੇ। ਉਦੋਂ ਤੱਕ ਲਈ ਤੁਸੀਂ ਬਣੇ ਰਹੋ ਇਸੇ ਤਰ੍ਹਾਂ ਸਾਡੇ ਨਾਲ। ਧੰਨਵਾਦ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।